ਵਾਹਿਗੁਰੂ जी का खालसा वाहिगुरू जी की फतेह। ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਸਿੱਖ ਕੌਮ ਦੇ ਉਸ ਬਹਾਦਰ ਜਰਨੈਲ ਦੇ ਬਾਰੇ ਜਿਨ੍ਹਾਂ ਨੇ 75 ਸਾਲ ਦੀ ਉਮਰ ਦੇ ਵਿੱਚ ਆਪਣੇ ਇੱਕ ਹੱਥ ਦੇ ਵਿੱਚ 18 ਸ਼ੇਰ ਦੇ ਖੰਡੇ ਤੇ ਦੂਸਰੇ ਹੱਥ ਦੇ ਵਿੱਚ ਲਗਭਗ ਉਨੇ ਹੀ ਵਜਨ ਦਾ ਬੁਰਜ ਲੈ ਕੇ ਉਹ ਦੁਸ਼ਮਣਾਂ ਦੇ ਨਾਲ ਲੜਦੇ ਰਹੇ ਤੇ ਉਸ ਮਹਾਨ ਜਰਨੈਲ ਦਾ ਨਾਮ ਸੀ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਦੇ ਬਾਰੇ ਆਪਾਂ ਨੂੰ ਜੋ ਜਾਣਕਾਰੀ ਮਿਲੀ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। उस आखिरी जंग का इतिहास जिस विच बाबा दीप सिंह ने अपना जिहड़ा सीस सी वो तली दे उत्ते रखिया सी ते इस तरह मरे हुए सिख नूं लड़दा होया देख के दुश्मनां दी सेना उस मैदान नूं छड्ड के भज गई सी। सारी कहानी तुहाडे नाल समझाउण दी तुहाडे तक पहुंचाउण दी कोशिश करांगे भी की कारण सी उस लड़ाई दे पिछे। उस तो पहलां जे तुसीं पंजाब दा इतिहास जां फिर सिख इतिहास नूं जानण दे विच इंटरस्ट रखदे हो तां तुसीं इस चैनल जानी कि पंजाब दा सच चैनल नूं सबसक्राइब कर सकदे हो। तां फिर शुरू करदे हां अज दी इह सोहणी जी वीडियो। बाबा दीप सिंह का जन्म 16 जनवरी 1682 ਨੂੰ ਪੂਹੂ ਪਿੰਡ ਜੋ ਕਿ ਅੰਮ੍ਰਿਤਸਰ ਦੇ ਵਿੱਚ ਪੈਂਦਾ ਉੱਥੇ ਹੁੰਦਾ। ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਭਗਤਾ ਜੀ, ਮਾਤਾ ਦਾ ਨਾਮ ਸੀ ਮਾਤਾ ਜਿਉਣੀ ਜੀ। ਬਚਪਨ ਦਾ ਨਾਮ ਸੀ ਦੀਪਾ। ਇੱਕ ਵਾਰ ਪਰਿਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਮਿਲਣ ਅਨੰਦਪੁਰ ਸਾਹਿਬ ਜਾਂਦਾ। ਉੱਥੋਂ ਦਾ ਮਾਹੌਲ ਇਹਨਾਂ ਨੂੰ ਬੜਾ ਚੰਗਾ ਲੱਗਦਾ ਤੇ ਪਰਿਵਾਰ ਉੱਥੇ ਹੀ ਰਹਿਣ ਲੱਗ ਜਾਂਦਾ। ਬਾਬਾ ਦੀਪ ਸਿੰਘ ਆਪਣੀ ਜਿਹੜੀ ਸਿੱਖਿਆ ਉਹ ਵੀ ਉੱਥੇ ਰਹਿ ਕੇ ਹੀ ਪੂਰੀ ਕਰਦੇ ਆ। ਸੰਸਕ੍ਰਿਤ, ਫਾਰਸੀ, ਗੁਰਮੁਖੀ ਭਾਸ਼ਾਵਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਨਿਪੁੰਨ ਹੋ ਜਾਂਦੇ ਆ ਤੇ ਸਿੱਖ ਕੌਮ ਦੇ ਕਹਿ ਸਕਦੇ ਇੱਕ ਵੱਡੇ ਵਿਦਵਾਨ ਵਜੋਂ ਉੱਭਰ ਕੇ ਬਾਬਾ ਦੀਪ ਸਿੰਘ ਬਾਅਦ ਦੇ ਵਿੱਚ ਸਾਹਮਣੇ ਵੀ ਆਉਂਦੇ ਆ। ਸ਼ਾਸਤਰ ਵਿੱਦਿਆ ਦੀ ਆਪਾਂ ਗੱਲ ਕਰੀਏ, ਘੋੜਸਵਾਰੀ, ਤੀਰ ਅੰਦਾਜ਼ੀ, ਤਲਵਾਰਬਾਜ਼ੀ, ਬੰਦੂਕ ਚਲਾਉਣਾ, ਤੋਪ ਚਲਾਉਣਾ, ਇਹ ਸਾਰੇ ਗੁਰ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਰਹਿ ਕੇ ਸਿੱਖ ਲੈਂਦੇ ਆ। ਹੁਣ ਆਪਾਂ ਗੱਲ ਕਰਦੇ ਹਾਂ 1699 ਈਸਵੀ ਦੀ, ਜਦੋਂ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਸੀ। ਬਾਬਾ ਦੀਪ ਸਿੰਘ ਜੀ ਉਹਨਾਂ ਖੁਸ਼ਕਿਸਮਤ ਸਿੰਘਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ ਅੰਮ੍ਰਿਤ ਸਿਖਾਇਆ ਸੀ। 1703 ਦੇ ਵਿੱਚ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਦੁਬਾਰਾ ਵਾਪਸ ਆਉਂਦੇ ਨੇ ਤੇ ਇਹਨਾਂ ਨੂੰ ਜੋ ਕਹਿ ਸਕਦੇ ਹਾਂ ਵੀ ਇੱਕ ਮਿਹਨਤ ਕਰਕੇ, ਬੇਨਤੀ ਕਰਕੇ ਇਹਨਾਂ ਨੂੰ ਦੁਬਾਰਾ ਵਾਪਸ ਆਪਦੇ ਨਾਲ ਆਪਦੇ ਪਿੰਡ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਆਪਣੇ ਪਿੰਡ ਰਹਿ ਕੇ ਗੁਰਮਤ ਦਾ ਪ੍ਰਚਾਰ ਕਰਦੇ ਆ, ਗੁਰਮੁਖੀ ਦਾ ਪ੍ਰਚਾਰ ਕਰਦੇ ਆ ਤੇ ਸਿੱਖ ਧਰਮ ਨੂੰ ਆਪਣੇ ਉਸ ਇਲਾਕੇ ਦੇ ਵਿੱਚ ਫੈਲਾਉਣ ਲੱਗ ਜਾਂਦੇ ਆ। ਤੇ ਹੁਣ ਆਪਾਂ ਗੱਲ ਕਰਦੇ ਹਾਂ 1704 ਈਸਵੀ ਦੀ। ਉਹ ਸਮਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪਰਿਵਾਰ ਵੱਖਰਾ ਹੋਇਆ, ਚਮਕੌਰ ਸਾਹਿਬ ਦੀਆਂ ਲੜਾਈਆਂ ਹੋਈਆਂ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੋ ਸਰਹੰਦ ਦਾ ਸਾਕਾ ਹੋਇਆ, ਉਸ ਸਮੇਂ ਬਾਬਾ ਦੀਪ ਸਿੰਘ ਜੀ ਆਪਣੇ ਜੱਦੀ ਪਿੰਡ ਦੇ ਵਿੱਚ ਸਨ। ਉਸ ਸਮੇਂ ਉਹਨਾਂ ਨੂੰ ਇਸ ਸਾਰੀਆਂ ਘਟਨਾਵਾਂ ਬਾਰੇ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਉਸ ਸਮੇਂ ਜਿਹੜੇ ਸੰਦੇਸ਼ ਨੂੰ ਪਹੁੰਚਾਉਣ ਦੇ ਸਾਧਨ ਸਨ ਉਹ ਕੋਈ ਵਿਰਲੇ ਹੀ ਹੁੰਦੇ ਸਨ ਤੇ ਇਸ ਘਟਨਾ ਦਾ ਪਤਾ ਬਾਬਾ ਦੀਪ ਸਿੰਘ ਨੂੰ ਕਾਫੀ ਲੰਬੇ ਸਮੇਂ ਤੋਂ ਬਾਅਦ ਲੱਗਦਾ। ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਮਦਮਾ ਸਾਹਿਬ ਆਉਂਦੇ ਨੇ ਤਾਂ ਉਹ ਉਹਨਾਂ ਕੋਲੇ ਸਹੀ ਸਮਾਂ ਸੀ ਆਦਿ ਗ੍ਰੰਥ ਸਾਹਿਬ ਦੀ ਰਚਨਾ ਕਰਨ ਦਾ, ਕਿਉਂਕਿ ਆਦਿ ਗ੍ਰੰਥ ਸਾਹਿਬ ਦੀ ਜਿਹੜੀ ਅਸਲੀ ਬੀੜ ਸੀ, ਮੁੱਢਲਾ ਸਰੂਪ ਸੀ, ਉਹ ਧੀਰ ਮੱਲੀਆਂ ਦੇ ਕੋਲੇ ਸੀ ਤੇ ਉਹ ਉਹਨਾਂ ਨੇ ਗੁਰੂ ਸਾਹਿਬ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਤੇ ਗੁਰੂ ਸਾਹਿਬ ਨੇ ਤੈਅ ਕੀਤਾ ਕਿ ਮੈਂ ਆਪਣੇ ਮੁਖ ਤੋਂ ਉਹ ਜਿਹੜੀ ਸਾਰੀ ਬਾਣੀ ਆਦਿ ਗ੍ਰੰਥ ਸਾਹਿਬ ਦੀ ਉਚਾਰਨ ਕਰਾਂਗਾ ਤੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਉਸ ਸਾਰੀ ਬਾਣੀ ਨੂੰ ਆਪਣੇ ਹੱਥਾਂ ਦੇ ਨਾਲ ਲਿਖਣਗੇ। ਤੇ ਆਪਾਂ ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਕਿ ਆਪਾਂ ਆਦਿ ਗ੍ਰੰਥ ਸਾਹਿਬ ਕਿਉਂ ਕਹਿ ਰਹੇ ਹਾਂ, ਕਿਉਂਕਿ ਉਸ ਸਮੇਂ ਜਿਹੜੀ ਗੁਰਤਾ ਗੱਦੀ ਸੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲੇ ਹੀ ਸੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਉਸ ਵੇਲੇ ਜੋ ਆਦਿ ਗ੍ਰੰਥ ਸਾਹਿਬ ਹੀ ਕਿਹਾ ਜਾਂਦਾ ਸੀ, ਇਸ ਲਈ ਆਪਾਂ ਇੱਥੇ ਵੀ ਆਦਿ ਗ੍ਰੰਥ ਸਾਹਿਬ ਹੀ ਕਹਿ ਰਹੇ ਹਾਂ। ਤੇ ਉਸ ਸਮੇਂ ਆਪਾਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਬਣਦਾ ਭਾਈ ਮਨੀ ਸਿੰਘ ਉਸ ਸਮੇਂ ਜਦੋਂ ਪਰਿਵਾਰ ਦਾ ਵਿਛੋੜਾ ਪਿਆ ਸੀ ਤਾਂ ਗੁਰੂ ਦੇ ਮਹਿਲਾਂ ਦੇ ਨਾਲ ਭਾਈ ਮਨੀ ਸਿੰਘ ਦਿੱਲੀ ਵੱਲ ਚਲੇ ਗਏ ਸੀ, ਪਰ ਜਦੋਂ ਦਮਦਮਾ ਸਾਹਿਬ ਉਹਨਾਂ ਨੂੰ ਸੁਨੇਹਾ ਭੇਜ ਕੇ ਬੁਲਾਇਆ ਗਿਆ ਉਸ ਤੋਂ ਬਾਅਦ ਉਹ ਦਮਦਮਾ ਸਾਹਿਬ ਆ ਜਾਂਦੇ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬਾਬਾ ਦੀਪ ਸਿੰਘ ਦੀ ਜੋ ਕਿ ਆਪਣੇ ਜੱਦੀ ਪਿੰਡ ਵਿੱਚ ਸੀ, ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ, ਤੇ ਉਹਨਾਂ ਨੂੰ ਵੀ ਸੰਦੇਸ਼ ਭੇਜਿਆ ਜਾਂਦਾ ਵੀ ਤੁਸੀਂ ਆਓ ਦਮਦਮਾ ਸਾਹਿਬ। ਇੱਥੇ ਇਤਿਹਾਸਕਾਰਾਂ ਦੇ ਆਪੋ ਆਪਣੇ ਮਤ ਨੇ। ਕੁਝ ਇਤਿਹਾਸਕਾਰ ਇਹ ਕਹਿੰਦੇ ਆ ਗੁਰੂ ਆਦਿ ਗ੍ਰੰਥ ਸਾਹਿਬ ਨੂੰ ਲਿਖਣ ਦਾ ਕੰਮ ਭਾਈ ਮਨੀ ਸਿੰਘ ਦਾ ਸੀ ਤੇ ਸਿਹਾਈ ਤੇ ਕਲਮ ਉਪਲਬਧ ਕਰਵਾਉਣ ਦਾ ਕੰਮ ਬਾਬਾ ਦੀਪ ਸਿੰਘ ਨੂੰ ਦਿੱਤਾ ਗਿਆ। ਪਰ ਕੁਝ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਕਿ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਦੋਨਾਂ ਨੇ ਮਿਲ ਕੇ ਜੋ ਗੁਰੂ ਆਦਿ ਗ੍ਰੰਥ ਸਾਹਿਬ ਦੀ ਉਸ ਸਮੇਂ ਦੀ ਬੀੜ ਸੀ ਉਸ ਨੂੰ ਤਿਆਰ ਕੀਤਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਵੀਡੀਓ ਨੂੰ ਅੱਗੇ ਵਧਾਈਏ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੱਖਣ ਵੱਲ ਵਧੇ ਤਾਂ ਉਹਨਾਂ ਨੇ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਰਹਿਣ ਦਾ ਜਿਹੜਾ ਕਿ ਹੁਕਮ ਦਿੱਤਾ। ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਰਹੋ ਤੇ ਸਿੱਖੀ ਦਾ ਪ੍ਰਚਾਰ ਕਰੋ ਤੇ ਉੱਥੇ ਰਹਿ ਕੇ ਬਾਬਾ ਦੀਪ ਸਿੰਘ ਜੀ ਗੁਰਮਤ ਦਾ ਪ੍ਰਚਾਰ ਕਰਦੇ ਨੇ, ਸਿੱਖੀ ਦਾ ਪ੍ਰਚਾਰ ਕਰਦੇ ਨੇ, ਉੱਥੋਂ ਦੇ ਬੱਚਿਆਂ ਨੂੰ ਗੁਰਮੁਖੀ ਵੀ ਸਿਖਾਉਂਦੇ ਨੇ ਤੇ ਨਾਲ ਦੀ ਨਾਲ ਉੱਥੋਂ ਦੇ ਬੱਚਿਆਂ ਨੂੰ, ਉੱਥੋਂ ਦੇ ਲੋਕਾਂ ਨੂੰ ਸ਼ਾਸਤਰ ਵਿੱਦਿਆ ਵੀ ਸਿਖਾਈ ਜਾਂਦੀ ਆ। 11 ਸਾਲ ਲਗਾਤਾਰ ਉੱਥੇ ਰਹਿੰਦੇ ਨੇ ਤੇ 11 ਸਾਲ ਲਗਾਤਾਰ ਉੱਥੇ 14 ਘੰਟੇ ਉਹ ਬੀੜਾਂ ਲਿਖਦੇ ਨੇ ਗੁਰੂ ਸਾਹਿਬ ਦੇ
ਸਰੂਪ ਉਹ ਲਿਖਦੇ ਨੇ ਤੇ ਉਹਨਾਂ ਨੇ 4 ਸਰੂਪ ਵੀ ਤਿਆਰ ਕੀਤੇ ਜਿਨ੍ਹਾਂ ਨੂੰ ਵਾਰੀ-ਵਾਰੀ ਜੋ ਚਾਰੇ ਤਖਤ ਜੋ ਬਾਕੀ ਦੇ ਚਾਰੇ ਤਖਤ ਸੀ ਉਹਨਾਂ ਵਿੱਚ ਭੇਜਿਆ ਜਾਂਦਾ ਤੇ ਉਹਨਾਂ ਵਿੱਚੋਂ ਇੱਕ ਸਰੂਪ ਫਾਰਸੀ ਭਾਸ਼ਾ ਦੇ ਵਿੱਚ ਵੀ ਲਿਖਿਆ ਗਿਆ ਸੀ ਜੋ ਕਿ ਅੱਜ ਸਿੱਖ ਪੰਥ ਦੇ ਕੋਲੇ ਨਹੀਂ ਰਿਹਾ। ਤੇ ਉਸ ਤੋਂ ਬਾਅਦ ਉੱਥੇ ਹੀ ਰਹਿ ਕੇ ਉਹ ਖਜ਼ਾਨਾ ਪੋਥੀਆਂ ਜੋ ਕਹਿ ਸਕਦੇ ਹਾਂ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਗੁਟਕਾ ਸਾਹਿਬ ਆਪਾਂ ਜਿਨ੍ਹਾਂ ਨੂੰ ਕਹਿੰਦੇ ਆ ਉਸ ਸਮੇਂ ਉਸ ਨੂੰ ਖਜ਼ਾਨਾ ਪੋਥੀਆਂ ਕਿਹਾ ਜਾਂਦਾ ਸੀ, ਜੋ ਕਿ ਜਿਹੜੇ ਸਿੱਖ ਸੀ ਭਟਕੇ ਹੋਏ ਜੰਗਲਾਂ ਦੇ ਵਿੱਚ ਜੋ ਕਿ ਲੜਾਈਆਂ ਲੜਦੇ ਹੁੰਦੇ ਸੀ ਉਹ ਆਪਣੇ ਕਮਰ ਕੱਸਿਆਂ ਦੇ ਵਿੱਚ ਖਜ਼ਾਨਾ ਪੋਥੀਆਂ ਰੱਖਦੇ ਸੀ ਤੇ ਨਿਤਨੇਮ ਦੇ ਵੇਲੇ ਸ਼ਾਮ ਦੇ ਵੇਲੇ ਉਹ ਬਾਣੀਆਂ ਕਰਿਆ ਕਰਦੇ ਸਨ। ਤਾਂ ਵੀਡੀਓ ਨੂੰ ਅੱਗੇ ਵਧਾਉਣੇ ਆ ਜੀ। ਜਦੋਂ ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਨੂੰ ਇਹ ਆਦੇਸ਼ ਦਿੱਤਾ ਕਿ ਤੁਸੀਂ ਦਮਦਮਾ ਸਾਹਿਬ ਹੀ ਰਹੋ ਤਾਂ ਉਹ ਪਰਿਵਾਰ ਨੂੰ ਮਿਲਣ ਵੀ ਨਹੀਂ ਗਏ, ਉੱਥੇ ਹੀ ਰਹਿਣ ਲੱਗੇ। ਕਿਹਾ ਜਾਂਦਾ ਵੀ ਬਾਬਾ ਦੀਪ ਸਿੰਘ ਨੇ ਕੁਝ ਗਿਣਵੀਂ ਚੁਣਵੀਂ ਵਾਰ ਹੀ ਦਮਦਮਾ ਸਾਹਿਬ ਨੂੰ ਛੱਡਿਆ। ਪਹਿਲੀ ਵਾਰ ਉਹ ਦਮਦਮਾ ਸਾਹਿਬ ਨੂੰ ਉਦੋਂ ਛੱਡ ਕੇ ਗਏ ਸਨ ਜਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਿੱਚ ਆਏ ਨੇ ਤੇ ਸਰਹੰਦ ਦੇ ਉੱਤੇ ਹਮਲਾ ਕਰਨ ਦੀ ਤਿਆਰੀ ਵਿੱਚ ਨੇ ਤੇ ਸਰਹੰਦ ਦੇ ਨਵਾਬ ਨੇ ਸਿੱਖਾਂ ਦੇ ਛੋਟੇ ਸਾਹਿਬਜ਼ਾਦਿਆਂ ਮਤਲਬ ਕਿ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾਇਆ ਸੀ। ਤੇ ਇਸ ਗੱਲ ਦਾ ਗੁੱਸਾ ਬਾਬਾ ਦੀਪ ਸਿੰਘ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਵੀ ਜਦੋਂ ਗੁਰੂ ਸਾਹਿਬ ਦੇ ਨਾਲ ਇਹ ਘਟਨਾਵਾਂ ਹੋਈਆਂ ਤਾਂ ਉਹ ਚੁੱਪਚਾਪ ਆਪਣੇ ਜੱਦੀ ਪਿੰਡ ਦੇ ਵਿੱਚ ਸ਼ਾਂਤ ਬੈਠੇ ਸੀ ਤੇ ਉਹ ਵੀ ਇਸ ਗੱਲ ਦਾ ਜਿਹੜਾ ਬਦਲਾ ਉਹ ਮੁਗਲਾਂ ਦੇ ਕੋਲੋਂ ਲੈਣਾ ਚਾਹੁੰਦੇ ਸਨ। ਤਾਂ ਉਹ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਉਸ ਲੜਾਈ ਦੇ ਵਿੱਚ ਸਾਥ ਦਿੰਦੇ ਆ ਤੇ ਉਸ ਲੜਾਈ ਦੇ ਵਿੱਚ ਬਾਬਾ ਦੀਪ ਸਿੰਘ ਦਾ ਕਾਫੀ ਦਾ ਵੱਡਾ ਹੱਥ ਸੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਬਾਬਾ ਦੀਪ ਸਿੰਘ ਦੇ ਜੀਵਨ ਦੀ ਆਖਰੀ ਲੜਾਈ ਦੇ ਬਾਰੇ, ਆਖਰੀ ਜੰਗ ਦੇ ਬਾਰੇ। ਉਸ ਸਮੇਂ ਅਬਦਾਲੀ ਭਾਰਤ ਦੇ ਉੱਤੇ ਹਮਲੇ ਕਰਿਆ ਕਰਦਾ ਸੀ। ਉਹ ਭਾਰਤ ਦੇ ਰਾਜਿਆਂ ਨੂੰ ਲੁੱਟਦਾ, ਉਹਨਾਂ ਦੇ ਖਜ਼ਾਨੇ ਲੁੱਟਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹ ਸਾਰੇ ਖਜ਼ਾਨਿਆਂ ਨੂੰ ਉਹਨਾਂ ਦੀਆਂ ਰਾਣੀਆਂ ਨੂੰ ਉਸ ਰਾਜ ਦੀਆਂ ਔਰਤਾਂ ਨੂੰ ਲੁੱਟ ਕੇ ਕਾਬੁਲ ਲਿਜਾਇਆ ਕਰਦਾ ਤੇ ਕਾਬੁਲ ਦੇ ਬਾਜ਼ਾਰਾਂ ਵਿੱਚ ਔਰਤਾਂ ਨੂੰ ਟਕੇ ਦੀਆਂ ਕੀਮਤਾਂ ਉੱਤੇ ਵੇਚਿਆ ਕਰਦਾ। ਜਦੋਂ ਉਹ ਕਾਬੁਲ ਜਾਂਦਾ ਤਾਂ ਰਾਹ ਦੇ ਵਿੱਚ ਪੰਜਾਬ ਪੈਂਦਾ ਸੀ ਤੇ ਪੰਜਾਬ ਦੇ ਸਿੱਖ ਸੈਨਿਕ ਜੋ ਅਬਦਾਲੀ ਦੀ ਗ੍ਰਿਫਤ ਦੇ ਵਿੱਚੋਂ ਔਰਤਾਂ ਨੂੰ ਬਚਾਇਆ ਕਰਦੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਹੀ ਸਲਾਮਤ ਉਹਨਾਂ ਦੇ ਘਰ ਪਹੁੰਚਾਇਆ ਕਰਦੇ। ਇਸ ਸਭ ਤੋਂ ਅਬਦਾਲੀ ਬੜਾ ਤੰਗ ਪਰੇਸ਼ਾਨ ਸੀ ਸਿੱਖਾਂ ਤੋਂ। ਜਦੋਂ ਅਬਦਾਲੀ ਚੌਥੀ ਵਾਰ ਹਮਲਾ ਕਰਨ ਆਇਆ ਤਾਂ ਉਹ ਲਾਹੌਰ ਦੇ ਨਵਾਬ ਕੋਲੋਂ ਪੁੱਛਦਾ ਵੀ ਇਹ ਸਿੱਖ ਹੈ ਕੌਣ ਜੋ ਕਿ ਆਪਾਂ ਨੂੰ ਹਰ ਵਾਰ ਤੰਗ ਪਰੇਸ਼ਾਨ ਕਰਦੇ ਨੇ। ਤਾਂ ਸੂਬੇਦਾਰ ਅਬਦਾਲੀ ਨੂੰ ਦੱਸਦਾ ਵੀ ਇਹ ਸਿੱਖ ਉਹ ਕੌਮ ਹੈ ਜਿਹੜੀ ਕਿ ਮਾਰਨ ਦੇ ਉੱਤੇ ਵੀ ਖਤਮ ਨਹੀਂ ਹੁੰਦੀ। ਤੇ ਉਹ ਨਾਲ ਦੀ ਨਾਲ ਅਬਦਾਲੀ ਨੂੰ ਇਹ ਵੀ ਦੱਸਦਾ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਇੱਕ ਅਜਿਹਾ ਸਰੋਵਰ ਦਿੱਤਾ ਅੰਮ੍ਰਿਤਸਰ ਦੇ ਵਿੱਚ ਜਿਸ ਦੇ ਵਿੱਚ ਜੇ ਕੋਈ ਅੱਧਾ ਬਿਮਾਰ ਵਿਅਕਤੀ ਵੀ ਨਹਾ ਲਵੇ, ਇਸ਼ਨਾਨ ਕਰ ਲਵੇ, ਉਸ ਤੋਂ ਬਾਅਦ ਉਹ ਵੀ ਪੂਰੀ ਚੰਗੇ ਤਰੀਕੇ ਦੇ ਨਾਲ ਤੰਦਰੁਸਤ ਹੋ ਜਾਂਦਾ। ਇਹ ਸੁਣ ਕੇ ਅਬਦਾਲੀ ਬੜਾ ਹੈਰਾਨ ਹੁੰਦਾ। ਤਾਂ ਅਬਦਾਲੀ ਆਪਣੇ ਇੱਕ ਪੁੱਤਰ ਤੈਮੂਰ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੰਦਾ ਤੇ ਇੱਕ ਪੁੱਤਰ ਜਹਾਨ ਖਾਨ ਨੂੰ ਅੰਮ੍ਰਿਤਸਰ ਦਾ ਸੂਬੇਦਾਰ ਬਣਾ ਦਿੰਦਾ ਤੇ ਆਪ ਕਾਬੁਲ ਵੱਲ ਮੁੜ ਜਾਂਦਾ ਤੇ ਆਪਣੇ ਇਹਨਾਂ ਦੋਨਾਂ ਪੁੱਤਰਾਂ ਨੂੰ ਇਹ ਸਖਤ ਆਦੇਸ਼ ਦਿੰਦਾ ਵੀ ਸਿੱਖਾਂ ਨੂੰ ਕਿਸੇ ਤਰੀਕੇ ਦੇ ਨਾਲ ਖਤਮ ਕਰੋ ਤੇ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਸਰੋਵਰ ਆ ਉਸ ਨੂੰ ਤੁਸੀਂ ਭਰੋ। ਤਾਂ ਫਿਰ ਅੰਮ੍ਰਿਤਸਰ ਦਾ ਜਿਹੜਾ ਸੂਬੇਦਾਰ ਸੀ ਅਬਦਾਲੀ ਦਾ ਪੁੱਤਰ ਜਹਾਨ ਖਾਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਦਾ। ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ ਜਾਂਦਾ ਤੇ ਸਰੋਵਰ ਦੇ ਵਿੱਚ ਮਿੱਟੀ ਭਰ ਦਿੱਤੀ ਜਾਂਦੀ ਆ। ਜਦੋਂ ਇਸ ਗੱਲ ਦਾ ਪਤਾ ਕੌਮ ਦੇ ਮਹਾਨ ਜਰਨੈਲ ਬਾਬਾ ਦੀਪ ਸਿੰਘ ਨੂੰ ਲੱਗਦਾ ਤਾਂ ਉਹ ਬੜੇ ਗੁੱਸੇ ਵਿੱਚ ਆ ਜਾਂਦੇ ਨੇ, ਅੱਖਾਂ ਉਹਨਾਂ ਦੀ ਲਾਲ ਹੋ ਜਾਂਦੀਆਂ ਨੇ ਤੇ ਡੌਲੇ ਫੜਕਣ ਲੱਗ ਜਾਂਦੇ ਆ। ਉਹ ਦਮਦਮਾ ਸਾਹਿਬ ਤੋਂ 8 ਸਿੰਘਾਂ ਦੇ ਨਾਲ ਅੰਮ੍ਰਿਤਸਰ ਦੇ ਵੱਲ ਕੂਚ ਕਰ ਦਿੰਦੇ ਆ ਤੇ ਰਾਸਤੇ ਵਿੱਚ ਪਿੰਡ ਦੇ ਵਿੱਚ ਅਨਾਉਂਸਮੈਂਟਾਂ ਕਰਵਾਈਆਂ ਜਾਂਦੀਆਂ ਨੇ ਵੀ ਜੇ ਕੋਈ ਸਿੱਖ ਸੈਨਿਕ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਬੇਅਦਬੀ ਹੋਈ ਆ ਉਸ ਦਾ ਬਦਲਾ ਲੈਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਆ ਕੇ ਜੁੜ ਸਕਦਾ। ਤਾਂ ਤਰਨ ਸਾਹਿਬ ਪਹੁੰਚਦੇ 4000 ਸਿੱਖ ਸੈਨਿਕਾਂ ਦੀ ਫੌਜ ਇਕੱਠੀ ਹੋ ਜਾਂਦੀ ਆ ਤੇ ਤਰਨ ਸਾਹਿਬ ਹੀ ਰਾਤ ਕੱਟੀ ਜਾਂਦੀ ਆ ਤੇ ਸ਼ਹਿਰ ਦੇ ਬਾਹਰ ਨਿਕਲ ਕੇ ਬਾਬਾ ਦੀਪ ਸਿੰਘ ਖੰਡੇ ਦੇ ਨਾਲ ਇੱਕ ਲਕੀਰ ਖਿੱਚਦੇ ਆ ਤੇ ਉਹ ਸਿੱਖਾਂ ਨੂੰ ਇੱਕ ਮੌਕਾ ਹੋਰ ਦਿੰਦੇ ਆ ਵੀ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਪਰਿਵਾਰ ਦਾ ਮੋਹ ਜ਼ਿਆਦਾ ਤਾਂ ਉਹ ਵਾਪਸ ਮੁੜ ਸਕਦਾ। ਜੇ ਤੁਸੀਂ ਆਪਣੀਆਂ ਜਾਨਾਂ ਕੌਮ ਦੇ ਲਈ ਨਿਸ਼ਾਵਰ ਕਰਨ ਦੇ ਲਈ ਤਿਆਰ ਹੋ ਤਾਂ ਤੁਸੀਂ ਇਸ ਲਕੀਰ ਤੋਂ ਅੱਗੇ ਆ ਸਕਦੇ ਹੋ, ਇਸ ਜੋ ਲਕੀਰ ਨੂੰ ਪਾਰ ਕਰ ਸਕਦੇ ਹੋ। ਤਾਂ ਸਾਰੇ ਹੀ ਸਿੱਖ ਸੈਨਿਕ ਉਸ ਲਕੀਰ ਨੂੰ ਪਾਰ ਕਰ ਦਿੰਦੇ ਆ। ਉਸ ਤੋਂ ਬਾਅਦ ਸਿੱਖ ਫੌਜਾਂ ਵੱਧਦੀਆਂ ਨੇ ਅੰਮ੍ਰਿਤਸਰ ਸਾਹਿਬ ਨੂੰ ਉਹਨਾਂ ਦੁਸ਼ਮਣਾਂ ਦੇ ਕੋਲੋਂ ਆਜ਼ਾਦ ਕਰਵਾਉਣ ਦੇ ਲਈ। ਤੇ ਉਸ ਸਮਾਂ ਜਿਸ ਜਗ੍ਹਾ ਤੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਸੀ ਉਸ ਜਗ੍ਹਾ ਤੇ ਹੁਣ ਗੁਰਦੁਆਰਾ ਜੋ ਲਕੀਰ ਸਾਹਿਬ ਸੁਸ਼ੋਭਿਤ ਹੈ। ਤੇ ਜਹਾਨ ਖਾਨ ਨੂੰ ਜਦੋਂ ਇਹ ਪਤਾ ਚੱਲਦਾ ਵੀ ਬਾਬਾ ਦੀਪ ਸਿੰਘ 4000 ਫੌਜੀਆਂ ਦੇ ਨਾਲ 4000 ਸਿੱਖ ਸੈਨਿਕਾਂ ਦੇ ਨਾਲ ਉਹਨਾਂ ਉੱਤੇ ਹਮਲਾ ਕਰਨ ਲਈ ਆ ਰਹੇ ਨੇ ਤਾਂ ਉਹ ਆਪਣੀ ਫੌਜ ਨੂੰ 20000 ਕਰ ਦਿੰਦਾ। ਮਤਲਬ ਕਿ ਇੱਕ ਪਾਸੇ 4000 ਸਿੱਖ ਸੈਨਿਕਾਂ ਦੀ ਫੌਜ ਤੇ ਦੂਸਰੇ ਪਾਸੇ 20000 ਸੈਨਿਕਾਂ ਦੀ ਫੌਜ, ਜਿਹੜੀ ਕਿ ਨਾਲ ਦੀ ਨਾਲ ਜਹਾਨ ਖਾਨ ਆਪਣੇ ਭਾਈ ਤੈਮੂਰ ਖਾਨ ਨੂੰ ਇਹ ਸੰਦੇਸ਼ ਭੇਜ ਦਿੰਦਾ ਵੀ ਤੁਸੀਂ ਵੀ ਆਪਣੀ ਫੌਜ ਲੈ ਕੇ ਅੰਮ੍ਰਿਤਸਰ ਸਾਹਿਬ ਆਓ ਤਾਂ ਕਿ ਆਪਾਂ ਸਿੱਖਾਂ ਦਾ ਖਾਤਮਾ ਕਰ ਸਕੀਏ। ਤਾਂ ਗੋਲਵੜ ਪਿੰਡ ਦੇ ਵਿੱਚ ਜਹਾਨ ਖਾਨ ਦੀ ਫੌਜ ਤੇ ਬਾਬਾ ਦੀਪ ਸਿੰਘ ਦੀ ਫੌਜ ਦੇ ਵਿੱਚ ਟੱਕਰ ਹੁੰਦੀ ਆ। ਦੋਨਾਂ ਫੌਜਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਤੇ ਬਾਬਾ ਦੀਪ ਸਿੰਘ ਆਪਣਾ ਜਿਹੜਾ 2 ਧਾਰੀ ਖੰਡਾ ਤੇ ਇੱਕ ਹੱਥ ਦੇ ਵਿੱਚ ਬੁਰਜ ਲੈ ਕੇ ਜੋ ਦੁਸ਼ਮਣਾਂ ਦਾ ਸਾਹਮਣਾ ਕਰਦੇ ਰਹਿੰਦੇ ਆ ਤੇ ਉਸ ਸਮੇਂ ਉਹ ਬੁਰਜ ਦੇ ਨਾਲ ਜੋ ਇੱਕ ਅਫਗਾਨ ਸੈਨਿਕ ਸੀ ਕਰੀਮ ਬਖਸ਼ ਉਸ ਨੂੰ ਵੀ ਮਾਰ ਦਿੰਦੇ ਆ। ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਸਿੰਘ ਦਾ ਜਿਸ ਦਾ ਨਾਮ ਸੀ ਭਾਈ ਲਕਸ਼ਮਣ ਸਿੰਘ।
ਭਾਈ ਲਕਸ਼ਮਣ ਸਿੰਘ ਵੇਟ ਕਰ ਰਹੇ ਸੀ, ਉਡੀਕ ਕਰ ਰਹੇ ਸੀ ਵੀ ਕਦੋਂ ਜਹਾਨ ਖਾਨ ਦਾ ਹਾਥੀ ਇੱਕ ਮਿੱਟੀ ਦੇ ਟਿੱਬੇ ਕੋਲੇ ਆਵੇ। ਉਸ ਮਿੱਟੀ ਦੇ ਟਿੱਬੇ ਦੀ ਉਚਾਈ ਲਗਭਗ 5 ਫੁੱਟ ਹੋਵੇਗੀ, ਵੀ ਕਦੋਂ ਮੈਂ ਉਹਨਾਂ ਉੱਤੇ ਹਮਲਾ ਕਰਾਂ। ਜਦੋਂ ਜਹਾਨ ਖਾਨ ਉਸ ਸਮੇਂ ਅਫਗਾਨੀ ਫੌਜ ਦਾ ਜਰਨੈਲ ਸੀ, ਜੋ ਕਿ ਅਬਦਾਲੀ ਦਾ ਪੁੱਤਰ ਸੀ ਤੇ ਅੰਮ੍ਰਿਤਸਰ ਦਾ ਸੂਬੇਦਾਰ ਸੀ। ਜਦੋਂ ਜਹਾਨ ਖਾਨ ਦਾ ਹਾਥੀ ਉਸ ਮਿੱਟੀ ਦੇ ਟਿੱਬੇ ਕੋਲੇ ਆਉਂਦਾ, ਭਾਈ ਲਕਸ਼ਮਣ ਸਿੰਘ ਬੜੀ ਫੁਰਤੀ ਦੇ ਨਾਲ ਆਪਣੇ ਘੋੜੇ ਨੂੰ ਮਿੱਟੀ ਦੇ ਟਿੱਬੇ ਉੱਤੇ ਲੈ ਕੇ ਜਾਂਦੇ ਆ ਤੇ ਟਿੱਬੇ ਉੱਤੇ ਜਾ ਕੇ ਉਸ ਦੇ ਉੱਤੇ ਸਾਲ ਮਰਵਾ ਦਿੰਦੇ ਆ। ਜਦੋਂ ਉਹਨਾਂ ਦਾ ਘੋੜਾ ਹਾਥੀ ਦੇ ਕੋਲ ਦੀ ਲੰਘਦਾ ਤਾਂ ਉਹ ਤਲਵਾਰ ਦੇ ਨਾਲ ਜੋ ਜਹਾਨ ਖਾਨ ਦਾ ਸੀਸ ਧੜ ਦੇ ਨਾਲੋਂ ਅਲੱਗ ਕਰ ਦਿੰਦੇ ਆ, ਕਿਉਂਕਿ ਉਸ ਸਮੇਂ ਜਿਹੜੀਆਂ ਲੜਾਈਆਂ ਹੁੰਦੀਆਂ ਸੀ, ਜਿਹੜੀਆਂ ਜੰਗਾਂ ਹੁੰਦੀਆਂ ਸੀ, ਉਹ ਜਰਨੈਲਾਂ ਦੇ ਸਿਰਾਂ ਉੱਤੇ ਲੜੀਆਂ ਜਾਂਦੀਆਂ ਸੀ। ਜਦੋਂ ਜਰਨੈਲ ਹੀ ਮਰ ਗਿਆ ਤਾਂ ਸਿੱਖ ਜੋ ਉਹਨਾਂ ਦੀ ਅਫਗਾਨੀ ਸੈਨਾ ਸੀ ਉਹ ਡਰਦੇ ਮਾਰੇ ਭੱਜ ਗਈ, ਲਾਹੌਰ ਦੇ ਵੱਲ ਉਹ ਦੌੜ ਗਏ। ਤੇ ਰਸਤੇ ਦੇ ਵਿੱਚ ਉਧਰੋਂ ਤੈਮੂਰ ਖਾਨ ਦੀ ਫੌਜ ਵੀ ਆ ਰਹੀ ਸੀ, ਕਿਉਂਕਿ ਜਹਾਨ ਖਾਨ ਨੇ ਸੰਦੇਸ਼ ਭੇਜ ਦਿੱਤਾ ਸੀ ਵੀ ਤੁਸੀਂ ਵੀ ਆ ਜਾਓ ਤਾਂ ਕਿ ਆਪਾਂ ਸਿੱਖਾਂ ਨੂੰ ਖਾਤਮਾ ਕਰ ਸਕੀਏ। ਤੇ ਰਸਤੇ ਵਿੱਚ ਜਹਾਨ ਖਾਨ ਦੀ ਭੱਜਦੀ ਹੋਈ ਫੌਜ ਦਾ ਸਾਹਮਣਾ ਹੋ ਜਾਂਦਾ ਉਹਨਾਂ ਦੇ ਹੀ ਦੂਸਰੇ ਜਰਨੈਲ ਤੈਮੂਰ ਖਾਨ ਦੇ ਨਾਲ। ਤੈਮੂਰ ਖਾਨ ਉਹਨਾਂ ਦੀ ਝਾੜ ਕੰਡ ਕਰਦਾ, ਉਹਨਾਂ ਨੂੰ ਵੰਗਾਰਦਾ ਵੀ ਤੁਸੀਂ ਵਾਪਸ ਆਓ, ਵੀ ਆਪਾਂ ਦੁਬਾਰਾ ਸਿੱਖਾਂ ਦੇ ਉੱਤੇ ਹਮਲਾ ਕਰਨ ਜਾਂਦੇ ਹਾਂ। ਤੇ ਉਸ ਸਮੇਂ ਉਸ ਫੌਜ ਦੀ ਗਿਣਤੀ ਜਿਹੜੀ ਦੁੱਗਣੀ ਹੋ ਗਈ ਸੀ, ਮਤਲਬ ਕਿ ਹੁਣ ਤੈਮੂਰ ਖਾਨ ਫਿਰ ਪੰਜਾਬ ਦੇ ਉੱਤੇ ਬਾਬਾ ਦੀਪ ਸਿੰਘ ਦੀ ਫੌਜ ਦੇ ਉੱਤੇ ਹਮਲਾ ਕਰਨ ਦੇ ਲਈ ਅੱਗੇ ਵੱਧ ਰਿਹਾ ਸੀ। ਤੇ ਹੁਣ ਆਪਾਂ ਗੱਲ ਕਰਦੇ ਹਾਂ, ਇਸ ਸਮੇਂ ਸਿੱਖ ਫੌਜ ਨੂੰ ਕਾਫੀ ਜ਼ਿਆਦਾ ਮੁਸ਼ਕਿਲ ਵੀ ਆਈ, ਕਿਉਂਕਿ ਇੱਕ ਪਾਸੇ ਸੀ 40,000 ਦੀ ਫੌਜ ਜੋ ਕਿ ਦੁੱਗਣੀ ਹੋ ਚੁੱਕੀ ਸੀ, ਦੂਜੇ ਪਾਸੇ ਸੀ 4,000 ਜਿਨ੍ਹਾਂ ਦੇ ਵਿੱਚੋਂ ਕੁਝ ਸ਼ਹੀਦ ਵੀ ਹੋ ਚੁੱਕੇ ਸੀ। ਉਹ ਫੌਜ ਲੜ ਰਹੀ ਸੀ। ਇਹਨਾਂ ਮੁਸ਼ਕਿਲਾਂ ਦੇ ਵਿੱਚ ਵੀ ਬਾਬਾ ਦੀਪ ਸਿੰਘ ਅੱਗੇ ਵਧ ਰਹੇ ਹੁੰਦੇ ਆ ਤੇ ਲੜਾਈ ਦੇ ਵਿੱਚ ਉਹਨਾਂ ਦੇ ਘੋੜੇ ਦੀ ਵਾਰ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਪੈਦਲ ਹੀ ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰਦੇ ਹੋਏ ਅੱਗੇ ਵਧ ਰਹੇ ਹੁੰਦੇ ਆ। ਤੇ ਜਦੋਂ ਇਹ ਇੱਕ ਅਫਗਾਨ ਸੈਨਿਕ ਦੇਖਦਾ ਵੀ ਜਿਸ ਦਾ ਨਾਮ ਸੀ ਅਯਾਨ ਖਾਨ, ਵੀ ਇੱਕ 75 ਸਾਲ ਦਾ ਬਜ਼ੁਰਗ ਵਿਅਕਤੀ ਜੋ ਕਿ ਅਫਗਾਨ ਸੈਨਾ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਾ ਰਿਹਾ ਸੀ। ਉਸ ਸਮੇਂ ਅਯਾਨ ਖਾਨ ਦੀ ਉਮਰ ਲਗਭਗ 35 ਸਾਲ ਦੀ ਦੱਸੀ ਜਾਂਦੀ ਹੈ ਤੇ ਬਾਬਾ ਦੀਪ ਸਿੰਘ ਦੀ ਉਮਰ ਸੀ 75 ਸਾਲ। ਤਾਂ ਬਾਬਾ ਦੀਪ ਸਿੰਘ ਨੂੰ ਇਕੱਲੇ ਨਾਲ ਇਕੱਲੇ ਲੜਾਈ ਕਰਨ ਦੇ ਲਈ ਵੰਗਾਰਦਾ ਤੇ ਬਾਬਾ ਦੀਪ ਸਿੰਘ ਦੇ ਵੱਲੋਂ ਹਾਂ ਕਰ ਦਿੱਤੀ ਜਾਂਦੀ ਹੈ, ਹਾਮੀ ਭਰ ਦਿੱਤੀ ਜਾਂਦੀ ਹੈ। ਉਸ ਸਮੇਂ ਇਹਨਾਂ ਜਰਨੈਲਾਂ ਦੇ ਵਿੱਚ ਲੜਾਈ ਹੁੰਦੀ ਆ ਤੇ ਦੋਨਾਂ ਦੇ ਸਿਰ ਪਹਿਲਾਂ ਤਾਂ ਲੜਾਈ ਚੱਲਦੀ ਰਹੀ। ਉਸ ਸਮੇਂ ਦੋਨਾਂ ਨੇ ਇੱਕੋ ਸਮੇਂ ਇੱਕ ਦੂਜੇ ਤੇ ਵਾਰ ਕੀਤੇ ਤੇ ਦੋਨਾਂ ਦੇ ਜਿਹੜੇ ਸਿਰ ਸੀ ਉਹ ਉਹਨਾਂ ਦੇ ਧੜ ਤੋਂ ਅਲੱਗ ਹੋ ਗਏ ਤੇ ਥੱਲੇ ਡਿੱਗੇ। ਤੇ ਜਦੋਂ ਇੱਕ ਸਿੱਖ ਸੈਨਿਕ ਬਾਬਾ ਦੀਪ ਸਿੰਘ ਦੇ ਧੜ ਨੂੰ ਉਹਨਾਂ ਦੀ ਜੋ ਸਿਰ ਦੇ ਨਾਲੋਂ ਅਲੱਗ ਹੋਇਆ ਦੇਖਦਾ ਤਾਂ ਉਹ ਬਾਬਾ ਦੀਪ ਸਿੰਘ ਨੂੰ ਕਹਿੰਦਾ ਕਿ ਬਾਬਾ ਜੀ ਤੁਸੀਂ ਤਾਂ ਅਰਦਾਸ ਕਰਕੇ ਤੁਰੇ ਸੀ, ਇਹ ਬਚਨ ਕੀਤਾ ਸੀ ਵੀ ਮੈਂ ਦੁਸ਼ਮਣਾਂ ਦੇ ਕੋਲੋਂ ਜੋ ਦਰਬਾਰ ਸਾਹਿਬ ਨੂੰ ਮੁਕਤ ਕਰਵਾਵਾਂਗਾ, ਪਰ ਤੁਸੀਂ ਤਾਂ ਹੁਣ ਸ਼ਹੀਦੀ ਪਾ ਗਏ, ਹੁਣ ਤੁਹਾਡਾ ਬਚਨ ਕਿੱਦਾਂ ਪੂਰਾ ਹੋਵੇਗਾ। ਤੇ ਉਸ ਸਮੇਂ ਬਾਬਾ ਦੀਪ ਸਿੰਘ ਫਿਰ ਉੱਠ ਖੜੇ ਹੋ ਜਾਂਦੇ ਆ ਤੇ ਆਪਣੇ ਜਿਹੜੇ ਸੀਸ ਨੂੰ ਖੱਬੀ ਤਲੀ ਦੇ ਉੱਤੇ ਧਰ ਲੈਂਦੇ ਆ ਤੇ ਸੱਜੇ ਹੱਥ ਦੇ ਵਿੱਚ ਖੰਡਾ ਲੈ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲੱਗ ਜਾਂਦੇ ਆ। ਜਦੋਂ ਇਹ ਵਾਕਿਆ, ਇਹ ਘਟਨਾ ਅਫਗਾਨ ਸੈਨਿਕ ਦੇਖਦੇ ਨੇ ਤਾਂ ਉਹ ਘਬਰਾ ਜਾਂਦੇ ਨੇ ਵੀ ਸਿੱਖ ਲੜ ਕੇ ਵੀ ਮਰ ਕੇ ਵੀ ਲੜ ਰਹੇ ਆ। ਤਾਂ ਇਹ ਦੇਖ ਕੇ ਜਿਹੜੇ ਅਫਗਾਨ ਸੈਨਿਕ ਸੀ ਉਹ ਦੌੜ ਜਾਂਦੇ ਆ ਤੇ ਬਾਬਾ ਦੀਪ ਸਿੰਘ ਇਸ ਤਰ੍ਹਾਂ ਲੜਦੇ ਦਰਬਾਰ ਸਾਹਿਬ ਪਹੁੰਚ ਜਾਂਦੇ ਆ। ਪਰਿਕਰਮਾ ਦੇ ਵਿੱਚ, ਜਿਵੇਂ ਕਿ ਉਹ ਸਥਾਨ ਜਿੱਥੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਹੋਈ ਸੀ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਵੇਗਾ। ਉਸ ਜਗ੍ਹਾ ਤੇ ਬਾਬਾ ਦੀਪ ਸਿੰਘ ਦੀ 13 ਨਵੰਬਰ 1757 ਈਸਵੀ ਨੂੰ ਸ਼ਹੀਦੀ ਹੋ ਜਾਂਦੀ ਆ। ਇਹ ਸੀ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਦੀਪ ਸਿੰਘ ਦੀ ਕਹਾਣੀ। ਤੇ ਹੋਰ ਸਿੱਖ ਕੌਮ ਦੇ ਬਹਾਦਰ ਜਰਨੈਲਾਂ ਦੀ ਕਹਾਣੀ ਜਾਣਨ ਦੇ ਲਈ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਇਤਿਹਾਸ ਨੂੰ ਦੱਸਣ ਦੇ ਵਿੱਚ ਕੁਝ ਗਲਤੀਆਂ ਜ਼ਰੂਰ ਹੋਈਆਂ ਹੋਣਗੀਆਂ, ਬੱਚਾ ਸਮਝ ਕੇ ਮੁਆਫ ਕਰ ਦਿਓ ਜੀ। ਇੱਦਾਂ ਹੀ ਅੱਗੇ ਇੰਪਰੂਵਮੈਂਟ ਕਰਦੇ ਰਹਾਂਗੇ ਤੇ ਇਤਿਹਾਸ ਨੂੰ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ। ਧੰਨਵਾਦ ਜੀ ਸਾਰਿਆਂ ਦਾ।